ਸਾਡੇ ਨਾਲ ਕਿਸਾਨ ਆਗੂ ਜੁੜ ਚੁੱਕੇ। ਆਪਾਂ ਇਸ ਸਵਾਲ ਦਾ ਜਿਹੜਾ ਜਵਾਬ ਕਾਲ ਤੋਂ ਬਾਅਦ ਲਾਵਾਂਗੇ। ਸਾਡੇ ਨਾਲ ਕਿਸਾਨ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਬਨ ਸਿੰਘ ਪੰਧੇਰ ਹੋਰੀ ਜੁੜ ਚੁੱਕੇ। ਪੰਧੇਰ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ। ਪੰਧੇਰ ਸਾਹਿਬ, ਕੀ ਹੁਣ ਸਥਿਤੀ ਕੀ ਆ ਅੱਗੇ? ਕਿਸਾਨ ਆਗੂ ਆ ਜਿਹੜੇ ਕੀ ਰਣਨੀਤੀਆਂ ਉਲੀਕ ਰਹੀਆਂ ਨੇ? ਕਿਉਂਕਿ ਵੱਡੀ ਜਿਹੜੀ ਆ ਹੁਣ ਗੱਲਾਂ ਇਹੀ ਸਾਹਮਣੇ ਆ ਰਹੀਆਂ ਨੇ ਕਿ ਪ੍ਰੋਗਰਾਮ ਜਿਹੜੇ ਨੇ ਕਿਸਾਨ ਸੰਯੁਕਤ ਮੋਰਚੇ ਵੱਲੋਂ ਹੋਵੇ, ਭਾਵੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹੋਵੇ, ਉਹ ਜਿਹੜੀ ਰਣਨੀਤੀ ਆ, ਉਹ ਜਿਹੜੀ ਸੰਘਰਸ਼ ਆ ਜਿਹੜਾ ਚੱਲ ਰਿਹਾ ਉਹ ਤੇਜ਼ ਨਹੀਂ ਕੀਤਾ ਜਾ ਰਿਹਾ। ਲੋਕਾਂ ਦੇ ਵੀ ਸਵਾਲ ਜਿਹੜੇ ਉੱਠਣੇ ਸ਼ੁਰੂ ਹੋ ਗਏ। ਪੰਧੇਰ ਸਾਹਿਬ, ਤੁਹਾਡੇ ਵੱਲੋਂ ਹੁਣ ਕੀ ਪ੍ਰੋਗਰਾਮ ਲਿਖੇ ਜਾ ਰਹੇ ਨੇ ਤਾਂ ਜੋ ਇਹ ਸੰਘਰਸ਼ ਨੂੰ ਅੱਗੇ ਵਧਾਇਆ ਜਾਵੇ, ਤਾਂ ਜੋ ਜਿਹੜਾ ਸਾਡਾ ਮਕਸਦ ਆ ਉਸ ਮਕਸਦ ਤੱਕ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਪਹੁੰਚਿਆ ਜਾਵੇ? ਪੰਧੇਰ ਸਾਹਿਬ, ਕੀ ਰਣਨੀਤੀ ਲਿਖ ਰਹੇ ਹੋ? ਦੇਖੋ, ਉਹਦੇ ਲਈ ਇੱਕ ਤਾਂ ਜਿਹੜੇ ਪ੍ਰੋਗਰਾਮ ਚੱਲ ਰਹੇ ਚੱਲਦੇ ਰਹਿਣਗੇ। ਆਪਾਂ ਦਿੱਲੀ ਮੋਰਚੇ ਨੂੰ ਕਾਮਯਾਬ ਕਰਨ ਲਈ 5 ਨੂੰ ਫਿਰ 8ਵਾਂ ਜਥਾ ਸਾਡਾ ਅੰਮ੍ਰਿਤਸਰ ਜਾਊਗਾ ਜੀ। ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਉਹਨੂੰ ਹੋਰ ਮਜ਼ਬੂਤੀ ਕਰਾਂਗੇ ਜੀ। ਸਰਕਾਰ ਦਾ ਭਰਮ ਵੀ ਉੱਥੇ ਮੋਰਚੇ ਦੀ ਗਿਣਤੀ ਘੱਟ ਹੀ ਵਧੂਗੀ, ਅੱਗੇ ਨੂੰ ਵਧੀ ਹੈ ਤੇ ਹੋਰ ਵਧੂਗੀ। ਦੂਸਰਾ ਹੈਗਾ ਵੀ ਮੇਰੇ ਕੋਲ ਮਾਰਚ ਦੇ ਪਹਿਲੇ ਹਫ਼ਤੇ ਨਵੇਂ ਪ੍ਰੋਗਰਾਮ ਆ ਜਾਣੇ ਆ ਤੇ ਉਹਦੀ ਸਾਰੀ ਰਣਨੀਤੀ ਬਣ ਰਹੀ ਆ ਤੇ ਕੋਈ ਨਾ ਕੋਈ ਇਹਦੇ ਨਾਲੋਂ ਤੇਜ਼ ਐਕਸ਼ਨ ਆਉਣਗੇ, ਐ ਨਹੀਂ ਕਿਹਾ ਜਾ ਸਕਦਾ, ਪਰ ਸਾਰੀਆਂ ਸਾਂਝੀਆਂ ਜਥੇਬੰਦੀਆਂ ਨਾਲੋਂ ਆਉਣਗੇ। ਤਾਲਮੇਲ ਕਰਦੇ ਆ, ਗੱਲਬਾਤ ਚੱਲਦੇ ਆ, ਫਿਰ ਕੋਈ ਕਸਰ ਨਾ ਰਹਿ ਜੇ ਸਾਰਿਆਂ ਪੱਖਾਂ ਤੋਂ ਫਿਰ ਵਿਚਾਰੀ ਦਾ। ਔਰ ਇਹ ਅੰਦੋਲਨ ਇੱਕ ਪੱਕੀ ਗੱਲ ਹੈ ਵੀ ਨਿਰਾਸ਼ਤਾ ਵੀ ਨਹੀਂ ਆਉਣ ਦਿੰਦੇ ਤੇ ਇਹ ਅੰਦੋਲਨ, ਕਿਉਂਕਿ ਅੰਦੋਲਨ ਨੇ ਬਹੁਤ ਕੁਛ ਉਤਰਾ ਚੜਾ ਵੇਖੇ। ਅੰਦੋਲਨ ਹੋਰ ਪੱਕਾ ਤੇ ਸਿੱਧੜੀ ਹੋਇਆ ਵਾ, ਮਜ਼ਬੂਤ ਹੋਇਆ ਵਾ, ਕਿਉਂਕਿ ਸਰਕਾਰ ਨੇ ਜਿਹੜੇ ਹਰਬੇ ਵਰਤੇ ਸਾਡੇ ਖਿਲਾਫ, ਹੁਣ ਇਹ ਤੋਂ ਗਾਹਾਂ ਹਰਬੇ ਉਹ ਕੀ ਵਰਤੂਗੀ, ਕੋਈ ਨਵੇਂ ਲਿਆਊਗਾ। ਹਰਬੇ ਫੇਲ ਹੋ ਗਏ। ਕਈ ਸੰਭਾਵਨਾ ਹੁੰਦੀਆਂ ਵੀ ਕੋਈ ਹਥਿਆਰ ਬੰਦੇ ਲਗਾ ਕੇ ਰੱਖ ਦਿੰਦੇ ਵਿਆਹ ਹਰਬਾ, ਹੁਣ ਸਾਰੇ ਹਰਬੇ ਵਰਤੇ ਗਏ ਆ। ਠੀਕ ਹੈ ਜੀ। ਹੁਣ ਅਗਲੇ ਹਰਬੇ ਉਹਨਾਂ ਕੋਲ ਹੈ ਨਹੀਂ ਹੈ ਕਿ ਵੀ ਕਿਹੜੀ ਹੁਣ ਨਵੀਂ ਚਾਲ ਚੱਲਣਗੇ। ਜਿਵੇਂ ਪੱਤਰਕਾਰ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਜਾਂ ਕਿਵੇਂ ਅਸਤੀਫਾ ਦੇ ਕੇ ਬਾਹਰ ਆ ਗਏ ਆ, ਇਹ ਨਵੀਆਂ ਪੈੜਾਂ ਵੀ ਪੈਣ ਡੀਆਂ। ਅੰਦੋਲਨ ਦੇਸ਼ ਵਿੱਚ ਵੱਧ ਰਿਹਾ ਵਾ ਤੇ ਮੇਰਾ ਪੱਕਾ ਵਾ ਵੀ ਮੈਨੂੰ ਕਦੀ ਆਪਣੀ ਜਿੰਨੀ ਮੇਰੀ ਸਮਝ ਆ ਵੀ ਇਹ ਅੰਦੋਲਨ ਜਿੱਤੂਗਾ, ਇਹ ਤੋਂ ਬਗੈਰ ਥੱਲੇ ਮੁੜਨ ਵਾਲਾ ਨਹੀਂ ਹੈ। ਹਾਂ, ਇਹਦੇ ਵਿੱਚ ਉਤਰਾ ਚੜਾ ਆਉਂਦੇ ਆ, ਜਦੋਂ ਸਾਂਝੇ ਹੀ ਚੱਲਦੇ ਹੁੰਦੇ ਆ। ਸਾਡੀ ਰਾਏ ਭਾਵੇਂ ਕੁਛ ਹੋਵੇ, ਸਾਰਿਆਂ ਦੀਆਂ ਰਾਵਾਂ ਦਾ ਵੀ ਫਿਰ ਵੇਖਣਾ ਪੈਂਦਾ ਵੀ ਅੰਦੋਲਨ ਵਿੱਚ ਜਦੋਂ ਬੇਵਿਸ਼ਵਾਸੀ ਪੈਦਾ ਹੁੰਦੀ, ਭਾਵੇਂ ਤੁਹਾਡੀ ਕੋਈ ਨਾਰਮਲ ਜੀ ਕੋਈ ਜਥੇਬੰਦੀ ਹੋਵੇ ਉਹ ਵੀ ਪਾਸੇ ਜਾਵੇ ਤੇ ਬਹੁਤ ਹਵਾਲਾ ਹੁੰਦਾ। ਸਰਕਾਰ ਵੱਲੋਂ ਕੋਈ ਸੱਦਾ, ਕੋਈ ਸੁਨੇਹਾ ਆਇਆ? ਕਿਉਂਕਿ ਪਹਿਲਾਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਗਿਆ ਸੀ ਕਿ 1 ਕਾਲ ਦੀ ਦੂਰੀ ਤੇ, ਜਦੋਂ ਕਿ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਾਲ ਦੀ ਦੂਰੀ ਤਾਂ ਕਹਿੰਦੇ ਨੇ ਪ੍ਰਧਾਨ ਮੰਤਰੀ, ਪਰ ਸਾਨੂੰ ਕੋਈ ਨੰਬਰ ਜਾਰੀ ਨਹੀਂ ਕਰਦੇ। ਉਸ ਤੋਂ ਬਾਅਦ ਹੁਣ ਕੋਈ ਤੁਹਾਨੂੰ ਸੁਨੇਹਾ ਗੱਲਬਾਤ ਦਾ ਕੋਈ ਆਇਆ ਜੀ? ਦੇਖੋ, ਕੋਈ ਸੁਨੇਹਾ ਨਹੀਂ ਹੈਗਾ। ਚਾਹੇ ਕਾਲ ਦੀ ਦੂਰੀ ਹੋਵੇ, ਚਾਹੇ ਪਾਰਲੀਮੈਂਟ ਚ ਕਹਿਣ ਵੀ ਅਸੀਂ ਜੀ ਬਹਿ ਕੇ ਟੇਬਲ ਤੇ ਮਸਲਾ ਦਾ ਹੱਲ ਕਰਨਾ, ਤੋਮਰ ਜੀ ਕਹਿਣ ਵੀ ਨਵੀਂ ਤਜਵੀਜ਼ ਲੈ ਕੇ ਆਓ, ਉਹ ਉਹਨਾਂ ਦੀ ਸਾਰਿਆਂ ਦੀ ਰਣਨੀਤੀ ਦਾ ਹਿੱਸਾ ਵਾ। ਇੱਕ ਪ੍ਰੈਸ਼ਰ ਆ ਵੀ ਕਿਸਾਨ ਲੀਡਰ ਕੋਈ ਕਹਿਣ ਵੀ ਅਸੀਂ ਸੋਧ ਲਈ ਤਿਆਰ ਆ, ਇਹੀ ਕਿਸੇ ਨੇ ਨਹੀਂ ਮੰਨਣਾ ਹੈਗਾ। ਤਾਂ ਇਸ ਕਰਕੇ ਹਾਲੇ ਉਹ ਗੱਲ ਕਰਨਾ ਨਹੀਂ ਚਾਹੁੰਦੇ, ਸਿਰਫ ਮੀਡੀਆ ਦੇ ਵਿੱਚ ਇੱਕ ਗੱਲ ਨੂੰ ਉਛਾਲਣਾ ਚਾਹੁੰਦੇ ਆ ਵੀ ਅਸੀਂ ਗੱਲ ਕਰਨ ਨੂੰ ਤਿਆਰ ਆ। ਇਹ ਵੀ ਇੱਕ ਹਥਿਆਰ ਹੀ ਹੁੰਦਾ ਵਾ ਵੀ ਜਿਹੜੇ ਸਚੇਤ ਲੋਕ ਨਹੀਂ ਹੈਗੇ, ਇੱਕ ਦੇਸ਼ ਦਾ ਵੱਡਾ ਪਾਰਲੀਮੈਂਟ ਹਿੱਸਾ ਹੋ ਸਕਦਾ ਵੀ ਜਿਹਨਾਂ ਨੂੰ ਲੱਗੇ ਵੀ ਸ਼ਾਇਦ ਕਿਸਾਨ ਲੀਡਰ ਅੜੀਅਲ ਨੇ, ਪਰ ਉਹ ਲਗਭਗ ਲੋਕਾਂ ਤੱਕ ਦੂਜਾ ਮੈਸੇਜ ਵੀ ਜਾ ਰਿਹਾ ਵੀ ਕਿਸਾਨ ਲੀਡਰ ਕਦੇ ਵੀ ਗੱਲਬਾਤ ਤੋਂ ਭੱਜਦੇ ਨਹੀਂ, ਭਾਵੇਂ 100% ਪਤਾ ਵੀ ਅੱਜ ਗੱਲਬਾਤ ਹੋ ਜੇ ਤੇ ਮਸਲਾ ਨਹੀਂ ਹੱਲ ਹੋਣਾ। ਕਿਉਂ ਗੱਲ ਬਦਲੀ ਜਾਵਾਂਗੇ? ਕਿਉਂਕਿ ਲੋਕਾਂ ਨੂੰ ਨਾ ਲੱਗੇ ਵੀ ਅੜੀਅਲ ਆ, ਗੱਲ ਨਹੀਂ ਸੁਣਦੇ ਜੀ, ਸਰਕਾਰ ਤਾਂ ਕਰਨਾ ਚਾਹੁੰਦੀ ਆ। ਇਹ ਸਾਰੇ ਪੱਖ, ਸਰਕਾਰ ਹਾਲੇ ਗੱਲ ਕਰਨਾ ਹੀ ਨਹੀਂ ਚਾਹੁੰਦੀ, ਜੋ ਮੇਰਾ ਨਜ਼ਰੀਆ। ਬਿਲਕੁਲ। ਪੰਧੇਰ ਸਾਹਿਬ, ਜਿਹੜਾ ਬੰਗਾਲ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ, ਉਹਨਾਂ ਇਲੈਕਸ਼ਨਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਵਿਰੋਧ ਦੇਖਣ ਨੂੰ ਮਿਲੇਗਾ ਕਿਸਾਨਾਂ ਦੇ ਵੱਲੋਂ? ਕਿਸ ਤਰ੍ਹਾਂ ਦੀ ਰਣਨੀਤੀ ਬਣਾਈ ਜਾ ਰਹੀ ਹੈ? ਕਿਉਂਕਿ ਪੰਜਾਬ ਦੇ ਵਿੱਚ ਹੋਵੇ, ਭਾਵੇਂ ਹਰਿਆਣਾ ਦੇ ਵਿੱਚ ਹੋਵੇ, ਵੱਡੇ ਪੱਧਰ ਤੇ ਜਿਹੜਾ ਵਿਰੋਧ ਦੇਖਣ ਨੂੰ ਮਿਲ ਰਿਹਾ ਭਾਜਪਾ ਦੇ ਆਗੂਆਂ ਦਾ, ਬੰਗਾਲ ਦੇ ਵਿੱਚ ਕੀ ਸਥਿਤੀ ਰਹਿਣ ਵਾਲੀ ਆ? ਦੇਖੋ, ਇੱਕ ਚੀਜ਼ਾਂ ਦੇ ਸਾਹਮਣੇ ਨਿਕਲ ਕੇ ਆਈ, ਹਤਮੀਅਤ ਤੇ ਫੈਸਲਾ ਜੇ ਹੋਣਾ ਸਾਂਝਾ ਸਾਰਿਆਂ ਦਾ ਜੀ। ਜਿਵੇਂ ਪੰਜਾਬ ਦੇ ਵਿੱਚ ਅਸੀਂ ਐਲਾਨ ਨਹੀਂ ਕੀਤਾ ਸੀ ਵੀ ਇਹਨਾਂ ਦਾ ਬਾਈਕਾਟ ਕੀਤਾ ਜਾਵੇ, ਬੜਾ ਭਰਵਾਂ ਹੰਗਾਰਾ ਵਾ। ਹਰਿਆਣੇ ਵਿੱਚ ਵੀ ਉਛਲਸਰਾ ਚੱਲਿਆ, ਰਾਜਸਥਾਨ 'ਚ ਵੀ, ਅੱਧਾ ਯੂਪੀ 'ਚ ਵੀ ਹੁਣ ਵਿਰੋਧ ਹੋਣ ਡਿਆ ਪਿਆ। ਸਾਡਾ ਮੰਨਣਾ ਦੇਸ਼ ਦੇ ਵਾਸੀਆਂ ਨੂੰ, ਅਸੀਂ ਨਾ ਇਲੈਕਸ਼ਨਾਂ 'ਚ ਵਿਸ਼ਵਾਸ, ਨਾ ਕੋਈ ਜਿੱਤ ਹਾਰ ਦੇ, ਨਾ ਕਿਸੇ ਦਾ ਸਮਰਥਨ ਕਰਦੇ ਆ, ਪਰ ਜਿਹੜੀ ਭਾਜਪਾ ਪਾਰਟੀ ਖੇਤੀ ਸੈਕਟਰ ਨੂੰ ਉਜਾੜਨ ਦੀ ਗੱਲ ਕਰ ਰਹੀ ਹੈ, ਜਿਹੜੀ ਸਾਡੀ ਖੇਤੀ ਮੰਡੀ ਵੇਚਣ ਦੀ ਗੱਲ ਕਰ ਰਹੀ ਆ, ਅਸੀਂ ਤਾਂ ਬੰਗਾਲੀਆਂ ਕੋ ਆਸ ਰੱਖਾਂਗੇ। ਉਹਨੂੰ ਮੂੰਹ ਨਹੀਂ ਲਾਉਣਾ ਚਾਹੀਦਾ। ਇਹਦੇ ਪ੍ਰਤੀ ਜੋ ਜਾਗ੍ਰਿਤੀ ਚਲਾਉਣੀ ਚਾਹੀਦੀ ਆ ਲੋਕਾਂ 'ਚ। ਅਸੀਂ ਜਿਹੜੀ ਕੋਈ ਦੂਜੀ ਧਿਰ ਰਹੂ, ਕਾਂਗਰਸ ਆਵੇ ਜਾਂ ਤਿਲਮੁਰ, ਉਹਦੇ ਹੱਕ ਹੀ ਨਹੀਂ ਹੈਗੇ। ਅਸੀਂ ਵੀ ਸਮਝਦੇ ਵੀ ਉਹ ਪਾਰਟੀਆਂ ਵੀ ਇਹਨਾਂ ਨੀਤੀਆਂ ਦੇ ਹੱਕ 'ਚ ਨੇ, ਪਰ
ਕਿਉਂਕਿ ਕਾਂਗਰਸ ਭਾਜਪਾ ਕੁਝ ਕਰ ਰਹੀ ਹੈ, ਇਸ ਕਰਕੇ ਬਈ ਇਹਨਾਂ ਦਾ ਤੇ ਬਈ ਬਾਈਕਾਟ ਹੋਣਾ ਹੀ ਚਾਹੀਦਾ। ਪੰਦੇਰ ਸਾਹਿਬ, ਇੱਕ ਰਕੇਸ਼ ਡਕੈਤ ਹੋਰਾਂ ਦੇ ਵੱਲੋਂ ਜਿਹੜੇ ਬੀਤੇ ਦਿਨੀ ਵੀ ਬਿਆਨ ਦਿੱਤਾ ਗਿਆ ਸੀ ਕਿ ਇੱਕ ਫਸਲ ਦੀ ਕੁਰਬਾਨੀ ਦੇ ਦੇਣ ਕਿਸਾਨ, ਇਸ ਬਿਆਨ ਤੋਂ ਬਾਅਦ ਜਿਹੜੀ ਆ ਹਾਲਾਂਕਿ ਸਿਆਸਤ ਵੀ ਦੇਖਣ ਨੂੰ ਮਿਲੀ ਆ, ਰਵਨੀਤ ਬਿੱਟੂ ਨੇ ਪਲਟਵਾਰ ਕੀਤਾ, ਉਸ ਤੋਂ ਬਾਅਦ ਵਿਕਰਮ ਮਜੀਠੀਆ ਉਹਨਾਂ ਦਾ ਸਾਥ ਦਿੰਦੇ ਵੀ ਨਜ਼ਰ ਆਏ ਰਕੇਸ਼ ਡਕੈਤ ਦਾ। ਪਰ ਕੀ ਅਜਿਹੇ ਜਿਹੜੇ ਭੜਕਾਊ ਬਿਆਨਬਾਜ਼ੀ ਇਸ ਮੌਕੇ ਤੇ ਦੇਣਾ ਬਣਦਾ, ਕਿਉਂਕਿ ਉਸ ਬਿਆਨ ਤੋਂ ਬਾਅਦ ਜਿਹੜੇ ਕਿਸਾਨਾਂ ਨੇ ਆਪਣੀਆਂ ਫਸਲਾਂ ਵਾਹ ਦਿੱਤੀਆਂ, ਖੜੀਆਂ ਫਸਲਾਂ ਜਿਹੜੀਆਂ ਵਾਹ ਦਿੱਤੀਆਂ ਪੰਦੇਰ ਸਾਹਿਬ? ਹਾਂ ਦੇਖੋ, ਜਿੱਦਣ ਉਹਨਾਂ ਦਾ ਬਿਆਨ ਆਇਆ ਸੀਗਾ ਨੈਕਸਟ ਦਿਨ ਮੈਂ ਬਿਲਕੁਲ ਉਹਨੂੰ ਗੌਰ ਨਾਲ ਦੇਖਿਆ ਸੀ ਦਿੱਲੀ, ਵੀ ਉਹਨਾਂ ਨੇ ਕਿਹਾ ਸੀ ਮੈਂ ਨਹੀਂ ਕਿਹਾ, ਮੈਂ ਕਿਹਾ ਵੀ ਜੇ ਲੋੜ ਪਈ ਤਾਂ ਠੀਕ ਜੀ, ਉਹਨਾਂ ਨੇ ਸਪਸ਼ਟ ਵੀ ਕਰਤਾ ਜੀ 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 ਲੋਕਾਂ ਨੇ ਫਿਰ ਜਿਵੇਂ ਪ੍ਰਤੀਕਰਮ ਕੀਤਾ ਵਾ, ਭਾਵੇਂ ਫਸਲਾਂ ਵਾਹੁਣ ਵਾਲੀ ਮੇਰੇ ਕੋਲ ਕੋਈ ਲੀਡਰ ਨਹੀਂ, ਜਿਵੇਂ ਕਿਸਾਨ ਆਪਣੇ ਪੁੱਤਾਂ ਵਾਂਗ ਸਮਝਦੇ, ਕੋਈ ਨਹੀਂ ਚਾਹੁੰਦੇ ਹੁੰਦੇ ਫਸਲ ਵਾਹੀਏ, ਅਸੀਂ ਤਾਂ ਫਸਲ ਦੇ ਮੁੱਲ ਲੈਣੇ ਹੁੰਦੇ ਆ ਸਰਕਾਰ ਤੇ ਦਬਾਅ ਬਣਾ ਕੇ। ਮਤਲਬ ਕਹਿਣ ਤੋਂ ਭਾਵ ਹੁੰਦਾ ਵੀ ਜਿਵੇਂ ਸਰਕਾਰ ਕਹਿ ਰਹੀ ਸੀ ਵੀ ਕਣਕ ਦੀ ਵਾਢੀ ਆ ਰਹੀ ਹੈ, ਲੋਕ ਚਲੇ ਜਾਣਗੇ, ਉਹਦੇ ਚੋਂ ਸ਼ਾਇਦ ਨਿਕਲਿਆ ਸੀ ਵੀ ਅਸੀਂ ਤਾਂ ਕੁਰਬਾਨੀ ਵੀ ਦੇ ਸਕਦੇ ਫਸਲ ਦੀ, ਅੰਦੋਲਨ ਨਹੀਂ ਛੱਡ ਸਕਦੇ। ਕੁਰਬਾਨੀ ਤੋਂ ਭਾਵ ਹੁੰਦਾ ਵੀ ਚਲੋ ਜਿਹੜੀ ਅੱਜ ਸਾਂਭੀ ਜਾਣੀ 10 ਦਿਨ ਲੇਟ ਸਾਂਭੀ ਜਾਊਗੀ, ਠੀਕ ਆ, ਲੇਟ ਕੰਮ ਕਰ ਲਾਂਗੇ, ਪਰ ਅੰਦੋਲਨ ਨਹੀਂ ਛੱਡਦੇ ਹੈਗੇ। ਤੇ ਉਹਨੂੰ ਜਿਸ ਹਿਸਾਬ ਨਾਲ, ਪਰ ਫਿਰ ਵੀ ਕੁੱਲ ਮਿਲਾ ਕੇ ਲੀਡਰ ਸਿਆਣੇ ਆ ਇਸ ਕਿਸਮ ਦੇ, ਮਤਲਬ ਕੋਈ ਜਿਹਦੇ ਦੋਹਰੇ ਮੈਨੇ ਕੱਢ ਦਿੰਦੇ ਮੀਡੀਆ 'ਚ ਨਿਕਲ ਜਾਣ, ਉਹੋ ਜਿਹੇ ਬਿਆਨਾਂ ਤੋਂ ਬਚਣਾ ਵੀ ਚਾਹੀਦਾ ਸਾਨੂੰ ਕੁੱਲ ਮਿਲਾ ਕੇ। ਪੰਦੇਰ ਸਾਹਿਬ, ਆਖਰੀ ਸਵਾਲ, ਪੁਲਿਸ ਦਾ ਹੁਣ ਰਵੱਈਆ ਕਿਸ ਤਰ੍ਹਾਂ? ਕਿਉਂਕਿ ਪੁਲਿਸ ਜਿਹੜੀ ਆ ਲਗਾਤਾਰ ਬਾਰਡਰ ਤੇ ਜਿਵੇਂ ਸਖਤੀ ਵਧਾਉਂਦੀ ਹੋਈ ਨਜ਼ਰ ਆ ਰਹੀ ਸੀ, ਰਸਤੇ ਜਿਹੜੇ ਪਿੰਡਾਂ ਦੇ ਸੀ ਸਿੰਘੂ ਬਾਰਡਰ ਨੂੰ ਆਉਂਦੇ ਸੀ, ਭਾਵੇਂ ਕੁੰਡਲੀ ਬਾਰਡਰ ਨੂੰ, ਉਹ ਬੰਦ ਕਰ ਰਹੇ ਸੀ। ਤੁਹਾਡੀ ਸਟੇਜ, ਤੁਹਾਡਾ ਜਿੱਥੇ ਮੋਦੀ ਖਾਨਾ, ਉਸ ਦੇ ਨੇੜੇ ਵੀ ਪੁਲਿਸ ਦੇ ਵੱਲੋਂ ਕਾਫੀ ਸੁਰੱਖਿਆ ਵਧਾਈ ਗਈ ਸੀ। ਹੁਣ ਕਿਸ ਤਰ੍ਹਾਂ ਦਾ ਮਾਹੌਲ ਆ? ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਦਾ ਰਵੱਈਆ ਦੇਖਣ ਨੂੰ ਮਿਲ ਰਿਹਾ ਪੁਲਿਸ ਦਾ? अब देखो स्थिर है स्थिति, मतलब ਜਿਹੜੀ ਸਰਕਾਰ ਨੇ ਇੱਕ ਬਾਰਡਰ ਟਾਈਪ ਬਣਾ ਕੇ ਰੱਖਿਆ ਹੋਇਆ ਵਾ, ਉਦੋਂ ਦਾ ਪ੍ਰਸਥਿਤੀਆਂ ਜਿੱਥੇ ਸਮਾਨ ਆ, ਠੀਕ ਹੈ, ਲਗਭਗ ਮੋਟੀ ਮੋਟੀ ਉਹਨਾਂ ਨੇ ਕਿਹਾ ਪਾਣੀ ਵੀ ਆ ਰਿਹਾ ਵਾ, ਜਾ ਰਿਹਾ ਵਾ, ਜ਼ਰੂਰੀ ਵਸਤੂ ਆ ਜਾ ਰਹੀ ਆ। ਸਰਕਾਰ ਨੂੰ ਸਾਫ਼ ਇਸੇ ਕਰਕੇ ਵੀ ਗੱਲਬਾਤ ਕਰੋ, ਗੱਲਬਾਤ ਤੋਂ ਪਹਿਲਾਂ ਸਮਾਨ ਸਥਿਤੀ ਬਣਾਓ। ਜਿਹੜੀ ਸਥਿਤੀ ਸੀ ਜਿਉਂ ਦੀ ਤਿਉਂ ਆ, ਚਲ ਉਹਦੇ ਵਿੱਚ ਜਿਹੜੀਆਂ ਜ਼ਰੂਰੀ ਚੀਜ਼ਾਂ ਉਹ ਆ ਜਾ ਰਹੀਆਂ ਵਾ। ਇਸ ਕਰਕੇ ਸਰਕਾਰ ਨੇ ਜੇ ਗੱਲਬਾਤ ਕਰਨੀ ਆ ਤਾਂ ਉਹਨੂੰ ਪਹਿਲਾਂ ਮਾਹੌਲ ਬਣਾਉਣਾ ਪੈਣਾ। ਜਿਵੇਂ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਵੱਡੇ ਇਕੱਠ ਹੋਏ ਨੇ ਜਾਂ ਲੋਕ ਦਿੱਲੀ ਵੱਲ ਨੂੰ ਗਏ ਨੇ ਵੱਡੇ ਪੱਧਰ ਤੇ, ਤਾਂ ਸਰਕਾਰ ਪਿੱਛੇ ਹਟੀ ਆ, ਸਰਕਾਰ ਘਬਰਾਹਟ 'ਚ ਆ, ਦਬਾਅ 'ਚ ਆ। ਪਰ ਉਹ ਲੌਜੀਕਲੀ ਜਾਂ ਕਹਿ ਲਓ ਮਾਨਸਿਕ ਤੌਰ ਤੇ ਲੋਕਾਂ ਨੂੰ ਵੱਧ ਡਰਾਉਣਾ ਚਾਹੁੰਦੀ ਆ। ਫਿਜ਼ੀਕਲੀ ਕੋਈ ਅਟੈਕ ਨਹੀਂ ਹੈ ਸਰਕਾਰ ਦਾ, ਨਾ ਉਹ ਹਾਲਤਾਂ 'ਚ ਹੈਗੀ ਭਾਜਪਾ ਅਟੈਕ ਕਰੇ, ਪਰ ਉਹ ਮਾਨਸਿਕ ਅਟੈਕ ਕਰਦੀ ਆ ਵੀ ਇਹਨਾਂ ਦੀ ਬੈਕ ਲਾਈਨ ਜਿਹੜੀ ਆ, ਇਹਨਾਂ ਦੀ ਸਪਲਾਈ ਲਾਈਨ ਜਿਹੜੀ ਪੰਜਾਬ ਆ ਜਾਂ ਹੋਰਨਾਂ ਸੂਬਿਆਂ ਤੋਂ ਸਪਲਾਈ ਲਾਈਨ ਤੋੜੀ ਜਾਵੇ ਲੋਕਾਂ ਦੀ। ਪਰ ਮੇਰੇ ਖਿਆਲ ਅੱਜ ਤੱਕ ਉਹ ਇਹਦੇ 'ਚੋਂ ਨਾਕਾਮ ਚੱਲ ਰਹੇ ਆ। ਜੀ 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 ਜੀ, ਬਹੁਤ ਬਹੁਤ ਧੰਨਵਾਦ ਪੰਦੇਰ ਸਾਹਿਬ।